ਜਕਾਰਾ ਪਾਉਣਾ ਹਰੀ ਬਾਬਾ ਜੀ ਦਾ। ਜਕਾਰਾ ਦੂਦਾ ਧਾਰੀ ਬਾਬਾ ਜੀ ਦਾ। ਅੱਜ ਅਸੀਂ ਧੰਨੇ ਭਗਤ ਦੀ ਕਹਾਣੀ ਸੁਣਾਉਣੀ ਤੁਹਾਨੂੰ। ਸਰਲ ਔਰ ਸਾਦੀ ਜ਼ਿੰਦਗੀ। ਧੰਨਾ ਭਗਤ ਜੱਟ ਪਰਿਵਾਰ 'ਚ ਜਨਮ ਹੋਇਆ। ਦੇਸੀ ਜਿਹੀ ਉਹਦੀ ਜ਼ਿੰਦਗੀ, ਸਿੱਧਾ ਸਾਦਾ ਜਿਹਾ ਭਗਤ। ਉਹਨੂੰ ਕੁਛ ਨਹੀਂ ਪਤਾ ਕਿ ਪਰਮਾਤਮਾ ਕੌਣ ਆ, ਕਿਹੋ ਜਿਹੇ ਹੈਗੇ ਆ। ਤੇ ਪੰਡਿਤ ਤਰਲੋਚਨ ਜਿਹੜਾ ਸੀ ਉਹ ਚਤਰ ਬਹੁਤ ਸੀ, ਚਲਾਕ ਸੀਗਾ। ਚਤਰਾਈ ਨਾਲ ਕਿਸੇ ਨੇ ਵੀ ਅੱਜ ਤੱਕ ਪਰਮਾਤਮਾ ਨੂੰ ਨਹੀਂ ਪਾਇਆ। ਹੁਣ ਪੰਡਿਤ ਤਾਂ ਰੋਜ਼ ਠਾਕਰ ਨੂੰ ਇਸ਼ਨਾਨ ਵੀ ਕਰਾਉਂਦਾ। ਜਿਹੜੇ ਠਾਕਰ ਜੀ ਕਹਿੰਦੇ ਇੱਕ ਪੱਥਰ ਨੂੰ ਕਹਿੰਦੇ ਆ, ਕਈਆਂ ਨੂੰ ਪਤਾ ਨਹੀਂ ਹੋਣਾ ਨਾ ਠਾਕਰ ਜੀ ਕਿਹਨੂੰ ਕਹਿੰਦੇ ਸੀ। ਉਸ ਟਾਈਮ ਦੇ ਉੱਤੇ ਠਾਕਰ ਜੀ ਇੱਕ ਪੱਥਰ ਨੂੰ ਕਹਿੰਦੇ ਸੀ। ਛੋਟਾ ਜਿਹਾ ਪੱਥਰ ਹੁੰਦਾ ਸੀ, ਸੁੰਦਰ ਜਿਹਾ, ਉਹਨੂੰ ਕਹਿੰਦੇ ਠਾਕਰ ਆ। ਪੰਡਿਤ ਜੀ ਕੁਛ ਮੰਤਰ ਬੋਲ ਕੇ ਉਹਨੂੰ ਠਾਕਰ ਦਾ ਰੁਤਬਾ ਦਿੰਦੇ ਸੀ ਤਾਂ ਮੰਦਿਰਾਂ ਵਿੱਚ ਰੱਖ ਦਿੱਤਾ ਜਾਂਦਾ ਹੈ। ਤੇ ਇੱਦਾਂ ਹੀ ਪੰਡਿਤ ਰੋਜ਼ ਪੂਜਾ ਕਰਦਾ ਆ, ਦਰਵਾਜ਼ੇ ਵੀ ਬੰਦ ਕਰਦਾ, ਰੋਜ਼ ਭਗਤੀ ਕਰਦਾ। ਪਰ ਅੰਦਰ ਚਤਰਾਈ। ਧੰਨਾ ਭੋਲਾ ਭਾਲਾ, ਧੰਨੇ ਕੋਲ ਰੋਜ਼ ਦੁੱਧ ਲੈ ਆਉਣਾ ਕਿ ਮੈਂ ਠਾਕਰਾਂ ਨੂੰ ਪਿਲਾਉਣਾ ਆ, ਠਾਕਰ ਤੇਰੀ ਸੇਵਾ ਕਰਦੇ ਆ, ਠਾਕਰਾਂ ਕਰਕੇ ਸਾਰਾ ਸੰਸਾਰ ਚੱਲਦਾ ਆ, ਠਾਕਰ ਬਹੁਤ ਸਾਰੀ ਦੁਨੀਆ ਦਾ ਕੰਮ ਕਰਦੇ ਆ। ਤਾਂ ਧੰਨਾ ਜਵਾਨ ਬਹੁਤ ਹੁੰਦਾ। ਉਹ ਕਹਿੰਦਾ ਜੀ ਠਾਕਰ ਹੁਣ ਕਿੰਨੇ ਕੁ ਵੱਡੇ ਹੋ ਗਏ ਆ ਦੁੱਧ ਪੀ ਕੇ। ਧੰਨੇ ਨੂੰ ਇਹ ਹੁੰਦਾ ਕਿ ਠਾਕਰ ਆ ਉਹ ਪਰਮਾਤਮਾ ਆ, ਕਿ ਬੰਦਿਆਂ ਵਰਗਾ ਹੁੰਦਾ ਹਨਾ। ਭੋਲਾ ਆ, ਉਹਨੂੰ ਪਤਾ ਹੀ ਨਹੀਂ ਕਿ ਠਾਕਰ ਪੱਥਰ ਨੂੰ ਕਹਿੰਦਾ। ਉਹ ਸੋਚਦਾ ਆ, ਉਹ ਕਹਿੰਦਾ ਧੰਨਿਆ ਮੈਂ ਠਾਕਰਾਂ ਨੂੰ ਭੋਗ ਲਵਾਉਣਾ ਹੈ, ਦੁੱਧ ਦੇ ਦੇ। ਰੋਜ਼ ਦੁੱਧ ਲੈ ਜਾਂਦਾ। ਪਰ ਧੰਨਾ ਬਹੁਤ ਭੋਲਾ ਆ। ਉਹ ਪੰਡਿਤ ਜੀ ਨੂੰ ਪੁੱਛਦਾ ਕਿ ਠਾਕਰ ਹੁਣ ਕਿੰਨੇ ਕੁ ਵੱਡੇ ਹੋ ਗਏ, ਇੰਨੇ ਸਾਲ ਹੋ ਗਏ ਦੁੱਧ ਪੀਂਦਿਆਂ ਨੂੰ, ਕਿ ਜੇ ਮੇਰੇ ਤੇ ਕਿਤੇ ਭੀੜ ਪਈ ਤਾਂ ਉਹ ਠਾਕਰ ਤੇਰੇ ਜਿਹੜੇ ਆ ਮੇਰਾ ਕੰਮ ਕਰ ਦੋਗੇ। ਉਹ ਹੁਣ ਪੰਡਿਤ ਕਹਿੰਦਾ ਕਿ ਧੰਨਿਆ ਕੋਈ ਸਾਰੇ ਸੰਸਾਰ ਦਾ ਹੀ ਕੰਮ ਕਰਦੇ ਆ, ਤੇਰੇ ਨਾਲ ਕੋਈ ਫਰਕ ਥੋੜ੍ਹਾ ਕਰਨਾ, ਸਾਰੇ ਸੰਸਾਰ ਦਾ ਧਿਆਨ ਰੱਖਦੇ ਆ। ਧੰਨਾ ਵਿਚਾਰਾ ਕਦੀ ਮੰਦਰ ਹੀ ਨਹੀਂ ਸੀ ਗਿਆ। ਉਹਨੂੰ ਹੁਣ ਪਤਾ ਹੀ ਕੁਛ ਨਹੀਂ ਕਿ ਠਾਕਰ ਕਿੱਦਾਂ ਦੇ ਹੁੰਦੇ ਆ। ਇੱਕ ਦਿਨ ਧੰਨਾ ਕਹਿੰਦਾ ਮੈਂ ਹੁਣ ਠਾਕਰ ਜੀ ਦੇ ਦਰਸ਼ਨ ਕਰਨੇ ਆ। ਭੀੜ ਪੈ ਜਾਂਦੀ ਉੱਤੇ, ਉਹਨੂੰ ਘਰੋਂ ਕੱਢ ਦਿੱਤਾ ਜਾਂਦਾ। ਕਹਾਣੀ ਬਹੁਤ ਲੰਬੀ ਆ, ਆਪਾਂ ਉਨੀ ਕਿ ਸੁਣਾਉਣੀ ਜਿੰਨੇ ਨਾਲ ਤੁਹਾਨੂੰ ਗਿਆਨ ਮਿਲੇ। ਜਦੋਂ ਧੰਨੇ ਨੂੰ ਘਰੋਂ ਕੱਢ ਦਿੱਤਾ ਜਾਂਦਾ, ਗਰੀਬੀ ਪੈ ਜਾਂਦੀ ਆ। ਹੁਣ ਚਤਰਾਈ ਨਾ ਉਹਦੇ ਭਰਾ ਭਰਜਾਈ ਨੇ ਉਹਨੂੰ ਮਾੜੇ ਬੋਲ ਦਿੱਤੇ, ਜ਼ਮੀਨ ਵੀ ਬੰਜਰ ਦਿੱਤੀ ਜਿਹਦੇ ਵਿੱਚ ਕੁਛ ਉੱਗਦਾ ਹੀ ਨਹੀਂ। ਸਮਾਂ ਪੈਂਦਾ। ਧੰਨਾ ਹੁਣ ਜਦੋਂ ਪੰਡਿਤ ਜੀ ਕੋਲ ਜਾਂਦਾ ਮੰਦਿਰ ਵਿੱਚ, ਉਹਨੇ ਜੁੱਤੀ ਪਾਈ ਹੁੰਦੀ ਆ। ਪੰਡਿਤ ਨੂੰ ਧੰਨੇ ਨੂੰ ਕਹਿੰਦਾ ਉਹ ਤੂੰ ਜੁੱਤੀ ਪਾ ਕੇ ਕਦੇ ਮੰਦਿਰ 'ਚ ਆਇਆ। ਉਹ ਬਾਜਾ ਮਾਰਦਾ ਹੁੰਦਾ ਹਨਾ, ਉਹ ਪੰਡਿਤ ਜੀ ਮੈਂ ਆ ਗਿਆ ਹਨਾ, ਕਿ ਦੁੱਧ ਲੈ ਕੇ ਆਇਆ, ਕਿ ਮੇਰੇ ਸਾਹਮਣੇ ਭੋਗ ਲਵਾਓ। ਹੁਣ ਪੰਡਿਤ ਜਿਹੜੇ ਆ ਉਹ ਪੜਦਾ ਕਰ ਦਿੰਦੇ ਆ। ਉਹ ਪੰਡਿਤ ਚਤਰ ਬਹੁਤ ਸੀ, ਉਹ ਦੁੱਧ ਆਪ ਪੀ ਜਾਂਦਾ ਹੁੰਦਾ ਸੀ ਤੇ ਠਾਕਰਾਂ ਨੂੰ ਥੋੜਾ ਜਿਹਾ ਰੱਖ ਦੇਣਾ ਮੋਰੇ, ਬਾਕੀ ਆਪ ਪੀ ਜਾਂਦਾ ਸੀ। ਤੇ ਹੁਣ ਧੰਨਾ ਜੱਟ ਸਿੱਧੇ ਜਦੋਂ ਅੰਦਰ ਆਉਂਦਾ, ਉਹ ਮੰਦਿਰ ਦੇ ਵਿੱਚ ਹੀ ਆ ਵੜਦਾ ਜੁੱਤੀ ਪਾ ਕੇ। ਉਹਨੂੰ ਇਹੀ ਨਹੀਂ ਪਤਾ ਹੁੰਦਾ ਕਿ ਜੁੱਤੀ ਪਾ ਕੇ ਆਉਣਾ ਹੈ ਜਾਂ ਨਹੀਂ ਆਉਣਾ। ਤੇ ਪੰਡਿਤ ਜੀ ਨੇ ਕਹਿ ਦਿੱਤਾ ਕਿ ਬਈ ਤੂੰ ਜੁੱਤੀ ਕਾਹਦੇ ਪਾ ਕੇ ਆਇਆ, ਕਿ ਅੰਦਰ ਏਦਾਂ ਆਉਣਾ ਮਨਾ ਆ। ਧੰਨੇ ਜੱਟ ਨੇ ਏਦਾਂ ਹੀ ਪੈਰਾਂ ਨਾਲ ਹੀ ਜੁੱਤੀ ਮਾਰੀ ਚੱਕ ਕੇ ਬਾਹਰ। ਉਹ ਕਹਿੰਦੇ ਅੱਜ ਨਹੀਂ ਤੈਨੂੰ ਠਾਕਰਾਂ ਨੇ ਮਿਲਣਾ, ਤੂੰ ਜੁੱਤੀ ਪਾ ਕੇ ਆਇਆ। ਧੰਨਾ ਉਦਾਸ ਹੋ ਕੇ ਦੁੱਧ ਪਾ ਕੇ ਫੇਰ ਚਲਾ ਗਿਆ। ਤਾਂ ਕਹਿੰਦਾ ਉਹ ਤੇਰੇ ਦੂਸਰੀ ਵਾਰੀ ਜਦੋਂ ਆਉਂਦਾ, ਧੰਨਾ ਹੁਣ ਦੂਜੇ ਦਿਨ ਫੇਰ ਆ ਜਾਂਦਾ ਦੁੱਧ ਲੈ ਕੇ। ਕਹਿੰਦਾ ਮੇਰੇ ਸਾਹਮਣੇ ਭੋਗ ਲਵਾ। ਉਹ ਕਹਿੰਦਾ ਜੇ ਗੜਬੀ 'ਚ ਪਾ ਦੇ, ਮੈਂ ਅੰਦਰ ਲਵਾਂਦਾ। ਫੇਰ ਪੜਦਾ ਕਰਤਾ। ਉਹ ਕਹਿੰਦਾ ਸ਼ਰਮਾਉਂਦੇ ਆ ਮੇਰੇ ਤੋਂ, ਮੇਰਾ ਹੀ ਦੁੱਧ ਪੀਂਦੇ ਇੰਨੇ ਸਾਲਾਂ ਦਾ, ਕਿ ਇੰਨੇ ਵੱਡੇ ਹੋ ਗਏ ਹੋਣੇ ਆ, ਬਾਹਰ ਤਾਂ ਕੱਢ ਠਾਕਰਾਂ ਨੂੰ। ਉਹਨੂੰ ਲੱਗਦਾ ਕਿ ਠਾਕਰ ਦੋ ਆ। ਧੰਨਾ ਭੋਲਾ ਹੁੰਦਾ ਆ, ਉਹਨੂੰ ਲੱਗਦਾ ਕਿ ਠਾਕਰ ਦੋ ਆ। ਕਹਿੰਦਾ ਕਿ ਪੰਡਤਾ ਠਾਕਰਾਂ ਨੂੰ ਬਾਹਰ ਕੱਢ, ਕਿ ਜਿਸ ਧੰਨੇ ਦਾ ਤੁਸੀਂ ਇੰਨੇ ਸਾਲਾਂ ਦਾ ਦੁੱਧ ਪੀਤਾ ਕੋ ਤੁਹਾਨੂੰ ਮਿਲਣ ਆਇਆ। ਤਾਂ ਜਦੋਂ ਹੁਣ ਪੜਦਾ ਲਾ ਕੇ ਉਹ ਦੁੱਧ ਪਿਲਾਉਂਦਾ, ਧੰਨੇ ਜੱਟ ਨੇ ਆਪਣੀ ਜਿਹੜੀ ਜੁੱਤੀ ਹੁੰਦੀ ਹੁਣ ਪਾਈ ਹੋਣੀ ਪੈਰਾਂ 'ਚ, ਉਹਨੇ ਕੱਛ 'ਚ ਰੱਖੀ ਹੁੰਦੀ ਹੈ। ਪੰਡਤ ਕਹਿੰਦਾ ਉਹ ਤੈਨੂੰ ਅਕਲ ਹੈ ਨਹੀਂ, ਅੱਗੇ ਤੋਂ ਜੁੱਤੀ ਪਾ ਕੇ ਆ ਗਿਆ, ਅੱਜ ਕੱਛ 'ਚ ਲੈ ਕੇ ਆ ਗਿਆ, ਚੱਲ ਕਹਿੰਦਾ ਜੁੱਤੀ ਬਾਹਰ ਸਿੱਟ। ਉਹਨੇ ਫਿਰ ਵਿਚਾਰੇ ਜੁੱਤੀ ਬਾਹਰ ਸਿੱਟੀ। ਕਹਿੰਦਾ ਤੇਰੇ ਹੱਥ ਜੂਠੇ ਆ ਜੁੱਤੀ ਵਾਲੇ ਹਨਾ, ਤੂੰ ਸੁੱਚਾ ਨਹੀਂ ਹੈਗਾ, ਨਹਾ ਕੇ ਨਹੀਂ ਆਇਆ। ਪੰਡਿਤ ਜੀ ਨੇ ਫੇਰ ਲਿਜਾਤਾ। ਕਹਿੰਦਾ ਤੂੰ ਹੁਣ ਫੇਰ ਆਈ। ਉਹ ਫੇਰ ਕਹਿੰਦਾ ਤੂੰ ਮੇਰੇ ਨਾਲ ਸੌਦਾ ਕਰ ਲੈ ਹਨਾ। ਕਹਿੰਦਾ ਮੈਨੂੰ ਠਾਕਰ ਦੇ ਦੇ, ਮੈਂ ਆਪੇ ਘਰ ਦੁੱਧ ਪਿਲਾ ਦਿਆ ਕਰੂੰਗਾ। ਕਿ ਮੈਂ ਇਹਨਾਂ ਤੋਂ ਕੰਮ ਕਰਾਉਣਾ ਆ, ਕਿ ਮੇਰੇ ਨਾਲ ਧੋਖਾ ਹੋਇਆ, ਕਿ ਮੇਰੇ ਭਰਾ ਭਰਜਾਈ ਨੇ
ਮੇਰੇ ਨਾਲ ਧੋਖਾ ਕੀਤਾ, ਮੈਨੂੰ ਜ਼ਮੀਨ ਮਾੜੀ ਦੇ ਦਿੱਤੀ ਕਿ ਮੈਂ ਜ਼ਮੀਨ ਬਹਾਉਣੀ ਹੈ ਠਾਕਰਾਂ ਤੋਂ। ਤੂੰ ਹੀ ਕਹਿੰਦਾ ਸਾਰੇ ਸੰਸਾਰ ਦਾ ਕੰਮ ਕਰਦੇ, ਮੇਰੀ ਜ਼ਮੀਨ ਵਧਣ। ਤੇ ਪੰਡਤ ਹੁਣ ਸੋਚਦਾ ਆ ਕਿ ਇਹਨੂੰ ਕਿੱਦਾਂ ਦਵਾਂ, ਜ਼ਮੀਨ ਕਿੱਦਾਂ ਬਾਹੂਗੇ। ਉਹਨੂੰ ਧੰਨੇ ਦਾ ਦੇਖਿਆ ਹੀ ਨਹੀਂ ਹੁੰਦਾ ਭਗਵਾਨ ਨੂੰ। ਉਹ ਕਹਿੰਦਾ ਚੱਲ, ਕਹਿੰਦਾ ਦੱਸ ਕੀ ਦਊਂਗਾ। ਉਹ ਕਹਿੰਦਾ ਮੈਂ ਤੈਨੂੰ ਆਪਣੀ ਗਾਂ ਦੇ ਦਿੰਦਾ, ਤੂੰ ਮੈਨੂੰ ਠਾਕਰ ਦੇ ਦੇ। ਪੰਡਤ ਨੇ ਚਲਾਕੀ ਨਾ ਕੀਤਾ, ਇੱਕ ਮਿਰਚਾਂ ਕੁੱਟਣ ਵਾਲਾ, ਮਿਰਚਾਂ ਜਿੱਦਾਂ ਪੀਸਦੇ ਹੁੰਦੇ ਸੀ, ਉਹ ਪੱਥਰ ਦੇ ਦਿੱਤਾ ਧੰਨੇ ਨੂੰ। ਕਹਿੰਦਾ ਆਹ ਠਾਕਰ ਆ, ਮੈਂ ਨਲਾ ਨੂੰ ਕੇ ਉਹੀ ਦੇ ਦਿੱਤਾ, ਗਾਂ ਰੱਖ ਲਈ। ਹੁਣ ਧੰਨਾ ਜੱਟ ਜਾ ਕੇ ਪਰਮਾਤਮਾ ਨਾਲ ਪਿਆਰ ਕਰਦਾ, ਰੋਟੀ ਨਹੀਂ ਖਾਂਦਾ। ਉਹ ਪਹਿਲਾਂ ਤਾਂ ਕਹਿੰਦਾ ਪੱਥਰ ਸੀਗਾ ਇਹ। ਉਹ ਕਹਿੰਦਾ ਪੱਥਰ ਨਾ ਸਮਝ, ਕਹਿੰਦਾ ਇਹ ਭਗਵਾਨ ਆ। ਪਰ ਉਹਨੂੰ ਮਾੜਾ ਜਿਹਾ ਦਰਸ਼ਨ ਹੋਇਆ ਤੇ ਉਸੇ ਪੱਥਰ ਵਿੱਚ, ਮਿਰਚਾਂ ਵਾਲਿਆਂ 'ਚ। ਉਹ ਇੱਦਾਂ ਦਾ ਕਰਦੇ ਹੁੰਦੇ ਭਗਵਾਨ, ਅੱਖਾਂ ਝਮਕ ਦਿੰਦੇ ਆ। ਫਿਰ ਉਹਨੂੰ ਪਤਾ ਲੱਗਦਾ ਭਗਵਾਨ ਇਹਦੇ ਵਿੱਚ ਆ, ਬਾਹਰ ਨਹੀਂ ਆਉਂਦਾ। ਉਹ ਕਹਿੰਦਾ ਰੋਟੀ ਖਾ ਮੇਰੇ ਨਾਲ ਬਾਹਰ ਨਿਕਲ ਕੇ। ਉਹ ਵੀ ਨਹੀਂ ਖਾਂਦਾ। ਕਹਿੰਦਾ ਸਾਡੇ ਇੱਧਰ ਰਿਵਾਜ਼ ਆ ਕਿ ਪਹਿਲਾਂ ਤੁਹਾਨੂੰ ਰੋਟੀ ਖਿਲਾਉਣੀ ਸੀ, ਮਹਿਮਾਨ ਆ ਤੂੰ ਸਾਡਾ। ਕਹਿੰਦਾ ਉਹਦੇ ਸਾਹਮਣੇ ਦੁੱਧ ਪੀਂਦਾ ਸੀ, ਸਾਰਾ ਕੁਝ ਖਾਂਦਾ, ਮੇਰੇ ਨਾਲ ਰੋਟੀ ਖਾ। ਹੁਣ ਪੰਡਤ ਨੇ ਤਾਂ ਕਦੇ ਦਰਸ਼ਨ ਹੀ ਨਹੀਂ ਕੀਤੇ ਹੁੰਦੇ। ਉਹਨੂੰ ਧੰਨੇ ਨੂੰ ਫੇਰ ਦਰਸ਼ਨ ਦੇ ਦਿੰਦੇ ਭਗਵਾਨ। ਉਹਨੇ ਦੇਖਿਆ ਕਿ ਸਰਲ ਵਾ, ਭੋਲਾ ਆ ਨਾ ਪਰਮਾਤਮਾ। ਉਹਨਾਂ ਨੂੰ ਮਿਲਦੇ ਆ ਜਿਹੜੇ ਅੰਦਰੋਂ ਵੀ ਇੱਕੋ ਜਿਹਾ, ਬਾਹਰੋਂ ਵੀ ਇੱਕੋ ਜਿਹਾ। ਕਿਉਂਕਿ ਭਗਵਾਨ ਤਾਂ ਤੁਹਾਡੇ ਅੰਦਰ ਰਹਿੰਦੇ ਆ। ਚਤਰਾਈ ਕਰਨੀ ਕਿਹਦੇ ਮੂਹਰੇ ਆ? ਝੂਠ ਚਲਾਕੀਆਂ ਉੱਥੇ ਨਹੀਂ ਚੱਲਦੀਆਂ, ਕਿਉਂਕਿ ਪਰਮਾਤਮਾ ਸਾਰਿਆਂ ਦੇ ਅੰਦਰ ਵਸਦਾ। ਜਦੋਂ ਤੁਸੀਂ ਕਿਸੇ ਵੀ ਗੁਰੂ ਘਰ ਜਾ ਕੇ ਕਿਸੇ ਵੀ ਸੰਤਾਂ ਨਾਲ ਚਤਰਾਈ ਕਰਦੇ ਆ ਜਾਂ ਚਲਾਕੀ ਕਰਦੇ, ਚਲਾਕੀ ਨਾਲ ਕੁਝ ਪ੍ਰਾਪਤ ਕਰ ਲੈਂਦੇ ਆ, ਉਹ ਕਦੀ ਵੀ ਪੂਰਾ ਨਹੀਂ ਹੋਣਾ ਹੁੰਦਾ। ਕਿ ਭਗਵਾਨ ਤਾਂ ਅੰਦਰ ਵਸਦੇ ਆ, ਰੱਬ ਸਾਰਿਆਂ ਦੇ ਅੰਦਰ ਆ। ਇੱਕ ਪਰਮਾਤਮਾ, ਇੱਕ ਅਲਾਹੀ ਜੋਤ ਵਾ, ਸਾਰੇ ਅੰਦਰ ਛੋਟੀ ਛੋਟੀਆਂ ਜੋਤਾਂ ਜਗਦੀਆਂ। ਜੇ ਜੋਤ ਦੀ ਅੱਗ ਨਹੀਂ ਜਗਦੀ ਅੰਦਰ, ਤਾਂਹੀਓ ਤੁਸੀਂ ਜਿਹੜਾ ਠੰਡਾ ਪਾਣੀ ਪੀਂਦੇ ਆ ਉਹ ਗਰਮ ਹੋ ਜਾਂਦਾ। ਜੋ ਬਾਥਰੂਮ ਆਉਂਦਾ ਗਰਮ ਹੁੰਦਾ, ਪਾਣੀ ਤਾਂ ਬਰਫ਼ ਵਾਲਾ ਪੀ ਲਓ, ਭਾਵੇਂ ਕੋਕ ਪੀ ਲਓ, ਪਰ ਗਰਮ ਹੁੰਦਾ। ਇਹਦਾ ਮਤਲਬ ਜੋਤ ਅੰਦਰ ਜਗਦੀ ਪਈ ਹੈ। ਜਿੱਦਣ ਬੁੱਝ ਜਾਣੀ ਆ, ਸਭ ਕੁਝ ਠੰਡਾ ਪੈ ਜਾਣਾ, ਸਰੀਰ ਵੀ ਠੰਡਾ ਪੈਣਾ, ਜਿਹੜੀਆਂ ਅੱਖਾਂ ਝਮਕਦੇ ਵੀ ਬੰਦ ਹੋ ਜਾਣੀਆਂ, ਸਭ ਕੁਝ ਖੇਲ ਕਹਾਣੀ ਹੋ ਜਾਣੀ ਆ। ਜਿੱਦਾਂ ਹੀ ਸਵਾਸ ਟੁੱਟਣੇ, ਸਭ ਰਿਸ਼ਤੇ ਨਾਤੇ ਟੁੱਟ ਜਾਣੇ ਆ, ਮੋਰੇ ਹੋਰ ਜਨਮ ਹੋ ਜਾਣਾ। ਇਹ ਸੰਸਾਰ ਇਦਾਂ ਹੀ ਚੱਲਦਾ ਆਇਆ। ਪਰ ਕਿਹਨਾਂ ਨੂੰ ਪਰਮਾਤਮਾ ਮਿਲਿਆ, ਜਿਨ੍ਹਾਂ ਨੇ ਅੰਦਰ ਵੀ ਉਹ, ਮੂੰਹ ਤੇ ਵੀ ਉਹ, ਉਹਨਾਂ ਨੇ ਰੱਬ ਨੂੰ ਪਾ ਲਿਆ। ਏਦਾਂ ਧੰਨਾ ਜੱਟ ਅੰਦਰੋਂ ਵੀ ਸੱਚਾ ਸੀ ਤਾਂ ਬਾਹਰੋਂ ਵੀ ਸੱਚਾ ਸੀ। ਹੁਣ ਉਹ ਪੱਥਰ ਨੂੰ ਕਹੀ ਜਾਂਦਾ ਕਿ ਤੂੰ ਬਾਹਰ ਨਿਕਲ, ਕਿਉਂਕਿ ਉੱਥੇ ਉਹਨੂੰ ਦਰਸ਼ਨ ਹੋ ਗਏ ਸੀਗੇ ਮੰਦਿਰ ਵਿੱਚ। ਪੱਥਰ ਵਿੱਚ ਭਗਵਾਨ ਉਹਨੂੰ ਅੱਖਾਂ ਝਮਕ ਦਿੱਤੀਆਂ ਸੀ। ਉਹ ਕਹਿੰਦਾ ਬਾਹਰ ਆਓ, ਬਾਹਰ ਆਓ, ਰੋਟੀ ਖਾਣੀ ਇਕੱਠੇ ਬਹਿ ਕੇ। ਭਗਵਾਨ ਨੂੰ ਹੱਥ ਕੱਢਣੇ ਪੈ ਗਿਆ ਤਾਂ ਰੱਸੇ ਨਾਲ ਬੰਨ੍ਹ ਦਿੱਤਾ। ਪਰ ਭਗਵਾਨ ਪ੍ਰੇਮ ਦਾ ਵੱਜਿਆ ਸੀ, ਰੱਸਾ ਰੁੱਸਾ ਤੜਾ ਸਕਦੇ ਸੀ, ਸਭ ਕੁਝ ਕਰ ਸਕਦੇ, ਕਿਉਂਕਿ ਸਰਵ ਕਲਾ ਸੰਪੂਰਨ ਸਵੈਮ ਨਾਰਾਇਣ ਸੀਗੇ ਆਪ, ਜਿਹੜੇ ਸਾਰੇ ਸੰਸਾਰ ਨੂੰ ਚਲਾ ਰਹੇ ਆ। ਪਰ ਆਪਣੇ ਭਗਤ ਕਰਕੇ ਉਹਨਾਂ ਨੇ ਹੱਥ ਬੰਨੀ ਰੱਖੇ। ਫਿਰ ਬਾਹਰ ਆਉਣਾ ਪੈ ਗਿਆ। ਉਹ ਕਹਿੰਦਾ ਮੈਂ ਰੋਟੀ ਨਹੀਂ ਖਾਣੀ ਜੇ ਤੁਸੀਂ ਨਹੀਂ ਖਾਣੀ ਤਾਂ। ਫਿਰ ਭਗਤ ਦਾ ਤਾਂ ਪਰਮਾਤਮਾ ਦਾ ਦੋਨਾਂ ਦਾ ਪਿਆਰ ਬਹੁਤ ਹੋ ਜਾਂਦਾ। ਉਹਨਾਂ ਦੀ ਖੇਤੀ ਕਰਦੇ ਆ ਭਗਵਾਨ, ਆਪ ਹਾਲ ਚਲਾਈ ਜਾਂਦੇ ਆ, ਆਪੇ ਹੀ ਸਭ ਕੁਝ ਕਰਦਾ। ਜਦੋਂ ਤੁਸੀਂ ਪਰਮਾਤਮਾ ਪ੍ਰਤੀ ਸੱਚੇ ਹਨ, ਭਗਤ ਔਰ ਭਗਵਾਨ ਦੋਨੇ ਇੱਕ ਹੋ ਜਾਂਦੇ ਆ। ਫਿਰ ਭਗਤ ਦੀ ਕਈਓ ਗੱਲ ਭਗਵਾਨ ਨੂੰ ਵੀ ਮੰਨਣੀ ਪੈਂਦੀ ਆ। ਜੋ ਭਗਵਾਨ ਦਾ ਭਗਤ ਕਹਿੰਦਾ ਆਹ ਕਰਦੇ, ਉਹ ਕਰਦਾ ਹੀ ਆ। ਕਿਉਂਕਿ ਜਦੋਂ ਉਹ ਸੱਚਾ ਪ੍ਰੇਮ ਕਰਨ ਲੱਗ ਪੈਂਦਾ ਉਹਦੇ ਨਾਲ ਨਾ, ਉਹਦੀ ਕਈਓ ਗੱਲ ਰੱਬ ਨੂੰ ਵੀ ਮੰਨਣੀ ਪੈਂਦੀ ਆ। ਸਮਝ ਲੱਗੀ? ਜਦੋਂ ਭਗਤ ਦਾ ਪ੍ਰੇਮ ਪਰਮਾਤਮਾ ਪ੍ਰਤੀ ਸੱਚਾ, ਪਰਮਾਤਮਾ ਔਰ ਭਗਤ ਇੱਕੋ ਹੋ ਜਾਂਦੇ। ਤੋਹੇ ਮੋਹੇ ਅੰਤਰ ਕੈਸਾ, ਫਿਰ ਅੰਤਰ ਹੀ ਨਹੀਂ ਰਹਿ ਜਾਂਦਾ, ਉਹ ਚੀਜ਼ ਹੀ ਇੱਕ ਹੋ ਜਾਂਦੇ। ਜੋ ਕਹਿ ਦੇਣਾ ਹੈ ਭਗਵਾਨ ਨੂੰ ਪੂਰਾ ਕਰਨਾ ਪੈਣਾ। ਫਿਰ ਹੌਲੀ ਹੌਲੀ ਭਗਵਾਨ ਧੰਨੇ ਦੇ ਖੇਤ ਵੀ ਵਧਣ ਦੇ ਆਪੇ ਹੀ, ਛਣਾ ਪਲਾਂ 'ਚ ਉਹ ਬੰਜਰ ਜ਼ਮੀਨ ਵੱਡੀ ਕਰ ਦਿੰਦੇ ਆ, ਉਹਨੂੰ ਪੈਸੇ ਦਿੰਦੇ, ਸਭ ਕੁਝ ਦਿੰਦੇ। ਫਿਰ ਪਿੰਡ 'ਚ ਰੌਲਾ ਪੈ ਜਾਂਦਾ, ਲਓ ਜੀ ਧੰਨਾ, ਕੋਈ ਕਹਿੰਦਾ ਭੂਤ ਵਾ ਧੰਨੇ ਕੋ, ਕੋਈ ਕਹਿੰਦਾ ਜੀ ਮਸਾਣੀ ਆ, ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ। ਧੰਨੇ ਦੇ ਕਈ ਲਾਂਛਣਾਂ ਲੱਗੀਆਂ। ਪਿੰਡ ਦਿਆਂ ਨੇ ਚੰਗੇ ਬੁਰੇ ਭਲੇ ਕਹੇ। ਹੋਰ ਜਿਹੜੇ ਸਾਧੂ ਸੀਗੇ ਉਸ ਟਾਈਮ ਦੇ ਪਖੰਡੀ ਸਾਧੂ, ਜਿਹੜੇ ਡੰਡ ਪਖੰਡ ਕਰਦੇ, ਛਿਲੇ ਕਰਦੇ, ਜਾਦੂ ਟੂਣੇ ਕਰਦੇ, ਉਹਨਾਂ ਨੇ ਧੰਨੇ ਨੂੰ ਬਹੁਤ ਮੰਦੇ ਚੰਗੇ ਬੋਲ ਬੋਲੇ, ਲਾਂਛਣਾਂ ਲਾਈਆਂ। ਪਰ ਧੰਨੇ ਦੀ ਜਿੱਤ ਹੀ ਹੁੰਦੀ ਚਲ ਗਈ। ਧੰਨੇ ਦਾ ਕੁਛ ਨਹੀਂ ਵਿਗਾੜ ਸਕੇ, ਕਿਉਂਕਿ ਉਹ ਸੱਚਾ ਸੀ, ਪਰਮਾਤਮਾ ਦੇ ਨਾਲ ਸੀ। ਪਰਮਾਤਮਾ ਸੱਚਿਆਂ ਨਾਲ ਖੜਦੇ, ਝੂਠਿਆਂ ਨਾਲ ਕਦੀ ਵੀ ਖੜਦਾ ਨਹੀਂ। ਝੂਠਾ ਤੁਹਾਨੂੰ ਹਾਲਾਤ ਹੋਊਗਾ, ਪਰ ਉਹਦਾ ਪਾਪ ਦਾ ਨਾਸ਼ ਭਗਵਾਨ ਨੂੰ ਹੀ ਆਪ ਕਰਨਾ ਪੈਂਦਾ ਆ ਕੇ। ਹੁਣ ਤੁਸੀਂ ਦੇਖੋ, ਜਦੋਂ ਧੰਨੇ ਦੀ ਸਾਰੇ ਪਿੰਡ 'ਚ ਜੈ ਜੈਕਾਰ ਹੋਣ ਲੱਗ ਪਈ, ਫਸਲ ਬਹੁਤ ਹੋ ਗਈ, ਉਹਦੀ ਭੈਣ ਦਾ ਹੀ ਵਿਆਹ ਹੋ ਗਿਆ,
ਹੁਣ ਮੇਨ ਪੁਆਇੰਟ ਤੇ ਆਉਂਦੇ ਆਪਾਂ। ਹੁਣ ਪੰਡਤ ਦਾ, ਪੰਡਤ ਨੂੰ ਪਤਾ ਲੱਗ ਗਿਆ ਕਿ ਕੋਈ ਨਾ ਕੋਈ ਚੀਜ਼ ਤਾਂ ਹੈਗੀ ਆ ਧੰਨੇ ਕੋਲ, ਜਿਹਦੇ ਕਰਕੇ ਇਹਦੀ ਬੰਜਰ ਜ਼ਮੀਨ ਇੱਦਾਂ ਬਦਲ ਗਈ। ਬੰਜਰ ਜ਼ਮੀਨ ਸੀ, ਅੱਜ ਤੱਕ ਕੋਈ ਨਹੀਂ ਇਹਨੂੰ ਵਾਹ ਸਕਿਆ, ਉਹ ਪਹਾੜ ਹੀ ਨਰਮ ਹੋ ਗਿਆ। ਕੋਈ ਨਾ ਕੋਈ ਤਾਂ ਸ਼ਕਤੀ ਹੈਗੀ ਆ। ਉਹ ਫਿਰ ਪੰਡਤ ਇੱਕ ਦਿਨ ਚੋਰੀ ਚੋਰੀ ਜਾਂਦਾ ਧੰਨੇ ਕੋਲ, ਸਵੇਰੇ ਸਵੇਰੇ ਦੇਖਦਾ ਤੇ ਵਿਸ਼ਨੂੰ ਭਗਵਾਨ, ਨਾਰਾਇਣ ਤੇ ਧੰਨਾ ਇੱਦਾਂ ਖੇਤਾਂ 'ਚ ਖੜੇ ਆ, ਸਵੇਰੇ ਸਵੇਰੇ ਦਾ ਵੇਲਾ, ਤੇ ਪੰਡਤ ਤਰਲੋਚਨ ਵੀ ਆ ਕੇ ਕੋਲ ਖੜਾ ਹੋ ਜਾਂਦਾ। ਉਹ ਦੇਖਦਾ ਕਿ ਧੰਨਾ ਕਿਹਦੇ ਨਾਲ ਗੱਲਾਂ ਕਰਦਾ। ਉਹਨੂੰ ਆਵਾਜ਼ ਸੁਣਦੀ ਆ ਪਰ ਦਰਸ਼ਨ ਨਹੀਂ ਹੋ ਰਹੇ। ਤੇ ਉਹ ਕਹਿੰਦਾ ਵੀ ਧੰਨਿਆ ਕੌਣ ਆ ਜਿਹਦੇ ਨਾਲ ਤੂੰ ਗੱਲਾਂ ਕਰਦਾ? ਉਹ ਕਹਿੰਦਾ ਵੀ ਪਰਮਾਤਮਾ ਆ, ਤੈਨੂੰ ਨਹੀਂ ਦੀਦੇ? ਉਹ ਕਹਿੰਦਾ ਮੈਨੂੰ ਨਹੀਂ ਦੀਦੇ। ਭਗਵਾਨ ਕਹਿੰਦੇ ਮੈਨੂੰ ਨਹੀਂ ਦੇਖ ਸਕਦਾ। ਭਗਵਾਨ ਨੇ ਮਾੜੀ ਜਿਹੀ ਆਵਾਜ਼ ਸੁਣਾਈ ਆਪਣੀ ਨੂੰ ਕਿ ਉਹਨਾਂ ਨੇ ਹੰਕਾਰ ਤੋੜਨਾ ਸੀ ਉਹਨਾਂ ਦਾ। ਤਾਂ ਉਹ ਕਹਿੰਦੇ ਧੰਨਿਆ ਇਹ ਨਹੀਂ ਮੈਨੂੰ ਦੇਖ ਸਕਦਾ, ਕਹਿੰਦੇ ਚਲਾਕ ਵਾ, ਅੰਦਰੋਂ ਚਤਰ ਵਾ, ਕਹਿੰਦੇ ਦਿਲ ਵਿੱਚ ਕੁਛ ਹੋਰ ਆ, ਮੂੰਹ ਤੇ ਕੁਛ ਹੋਰ ਆ। ਇਹ ਮੂੰਹ ਤੋਂ ਰਾਮ ਰਾਮ ਕਹਿੰਦਾ, ਅੰਦਰੋਂ ਚਲਾਕ ਆ। ਕਹਿੰਦੇ ਇਹਨੇ ਤੇਰਾ ਮਤਲਬ ਕੱਢਿਆ। ਕਹਿੰਦੇ ਤੂੰ ਭੋਲਾ ਆ, ਤੈਨੂੰ ਪਤਾ ਹੀ ਨਹੀਂ ਲੰਗਰ ਦਿੱਤਾ ਇਹਨੇ, ਤੇਰੀ ਗਾਂ ਵੀ ਲੈ ਗਿਆ, ਸਭ ਕੁਝ ਲੈ ਗਿਆ, ਤੈਨੂੰ ਇਹਨੇ ਪੱਥਰ ਗਲਤ ਦੇ ਦਿੱਤਾ ਸੀ। ਉਹ ਧੰਨਾ ਫੇਰ ਭੋਲਾ ਹੁੰਦਾ। ਉਹ ਕਹਿੰਦਾ ਭਗਵਾਨ ਪਰ ਇਹਦੇ ਕਰਕੇ ਕਹਿੰਦਾ ਮੈਨੂੰ ਤੁਹਾਡੇ ਦਰਸ਼ਨ ਹੋਏ ਆ, ਤੁਸੀਂ ਇਹਨੂੰ ਦਰਸ਼ਨ ਦੇ ਦਿਓ। ਭਗਵਾਨ ਮੰਨ ਜਾਂਦੇ ਆ। ਕਹਿੰਦੇ ਧੰਨਿਆ ਇਹ ਤੇਰੇ ਪੈਰੀਂ ਹੱਥ ਲਾ ਦੇਵੇ ਤਾਂ ਮੈਨੂੰ ਹੁਣੇ ਹੀ ਦਰਸ਼ਨ ਦੇ ਦੂੰਗਾ। ਪੰਡਤ ਹੁਣ ਉੱਚੀ ਜਾਤੀ ਦਾ ਆ, ਉਹਨੇ ਕਹਿੰਦਾ ਜੱਟ ਦੇ ਮੈਂ ਪੈਰੀਂ ਹੱਥ ਲਾਵਾਂ, ਮੈਂ ਪੰਡਤ। ਦਿਲ 'ਚ ਆ ਗਿਆ ਨਾ। ਉਹਨੇ ਆਲੇ ਦੁਆਲੇ ਦੇਖਿਆ, ਇੱਦਾਂ ਸਾਰੇ ਪਾਸੇ ਮੂੰਹ ਘੁਮਾ ਕੇ ਦੇਖਿਆ, ਕਹਿੰਦਾ ਲੈ ਵੀ ਇੱਥੇ ਦੇਖਦਾ ਤਾਂ ਕੋਈ ਹੈ ਨਹੀਂ। ਉਹਨੇ ਪੰਡਤ ਨੇ ਕੀਤਾ, ਧੰਨੇ ਦੇ ਪੈਰੀਂ ਹੱਥ ਲਾਤਾ। ਪਹਿਲਾਂ ਆਲਾ ਦੁਆਲਾ ਦੇਖਿਆ ਨਾ, ਪੈਰੀਂ ਹੱਥ ਲਾਇਆ ਤੇ ਉਹ ਕਹਿੰਦਾ ਭਗਵਾਨ ਨੇ ਦਰਸ਼ਨ ਦਿਓ। ਇਹਨੇ ਮੇਰੇ ਪੈਰੀਂ ਹੱਥ ਲਾਤਾ। ਉਹ ਤਾਂ ਅੰਤਰਜਾਮੀ ਖੋਲ ਖੜੇ ਹੀ ਹੁੰਦੇ, ਦੇਖਦੇ ਹੀ ਹੁੰਦੇ, ਪਰ ਉਹਨੂੰ ਥੋੜਾ ਦੀਦਾ ਹੁੰਦਾ। ਉਹ ਕਹਿੰਦੇ ਧੰਨਿਆ ਇਹਨੇ ਤੇਰੇ ਪੈਰੀਂ ਹੱਥ ਸਹੀ ਨਹੀਂ ਲਾਇਆ। ਪਹਿਲਾਂ ਇਹਨੇ ਆਲਾ ਦੁਆਲਾ ਦੇਖਿਆ, ਫੇਰ ਪੈਰੀਂ ਹੱਥ ਲਾਇਆ। ਕਹਿੰਦੇ ਸੱਚਾ ਨਹੀਂ ਹਜੇ ਵੀ। ਕਹਿੰਦੇ ਸੱਚੇ ਦਿਲੋਂ ਮੱਥਾ ਟੇਕ, ਕਹਿੰਦਾ ਮੈਂ ਇਹਨੂੰ ਹੁਣੇ ਦਰਸ਼ਨ ਦੇ ਦੇਣੇ ਸੀ। ਤਾਂ ਧੰਨਾ ਫੇਰ ਕਹੀ ਜਾਂਦਾ, ਕਹਿੰਦਾ ਮਹਾਰਾਜ ਉੱਚ ਕੋਟੀ ਦਾ ਬ੍ਰਾਹਮਣ ਆ, ਤੁਸੀਂ ਦੇ ਦਿਓ ਦਰਸ਼ਨ ਇਹਨੂੰ। ਭਗਵਾਨ ਫੇਰ ਕਹਿੰਦੇ ਮੈਂ ਨਹੀਂ ਇਹਨੂੰ ਦਰਸ਼ਨ ਦੇਣੇ। ਕਹਿੰਦੇ ਪੁੱਛ ਇਹਨੂੰ ਭਾਵੇਂ। ਫੇਰ ਧੰਨਾ ਕਹਿੰਦਾ ਭਗਵਾਨ ਇੱਦਾਂ ਕਹਿੰਦੇ ਆ ਕਿ ਤੇਰੇ ਅੰਦਰ ਇੱਦਾਂ ਆ ਕਿ ਮੈਂ ਤੈਨੂੰ ਦਰਸ਼ਨ ਤਾਂ ਨਹੀਂ ਦਿੱਤੇ ਕਿ ਤੂੰ ਪਹਿਲਾਂ ਆਲਾ ਦੁਆਲਾ ਦੇਖਿਆ ਫਿਰ ਪੈਰੀਂ ਹੱਥ ਲਾਇਆ। ਇਸ ਕਰਕੇ ਬਾਬਾ ਜੀ ਅੰਦਰ ਦੀਆਂ ਜਾਣਦੇ ਆ, ਪਰਮਾਤਮਾ ਕੋਲ ਕੁਛ ਵੀ ਛੁਪਿਆ ਨਹੀਂ ਹੈਗਾ। ਫਿਰ ਪੰਡਤ ਨੂੰ ਕੋਈ ਦਰਸ਼ਨ ਨਹੀਂ ਹੁੰਦੇ। ਸਮਾਂ ਪੈਂਦਾ, ਬੜਾ ਕੁਛ ਉਹਦੀ ਜ਼ਿੰਦਗੀ 'ਚ ਉਤਲ ਪਤਲ ਹੁੰਦਾ। ਉਹ ਜਦੋਂ ਪੈਸੇ ਦੇਣ, ਪੈਸੇ ਲੈਣ ਦੇਣ ਦਾ ਹਿਸਾਬ ਤਾਂ ਲੇਖਾ ਜੋਖਾ ਹਰ ਪ੍ਰਾਣੀ ਨੂੰ ਦੇਣਾ ਪੈਂਦਾ। ਹੁਣ ਪਰਮਾਤਮਾ ਆਪੇ ਹੀ ਰੂਪ ਧਾਰਨ ਕਰਕੇ ਧੰਨੇ ਦੀ ਭੈਣ ਦਾ ਵਿਆਹ ਕਰ ਦਿੰਦੇ ਆ। ਕਣਕ ਹਜੇ ਕਟਾਈ ਵੀ ਨਹੀਂ ਹੋਈ ਹੁੰਦੀ, ਉਹ ਆਪ ਭਗਵਾਨ ਹੀ ਪੈਸੇ ਦੇ ਜਾਂਦੇ ਨੂੰ ਆ ਕੇ ਕਿ ਚੱਲ ਆਪਣੀ ਭੈਣ ਦਾ ਵਿਆਹ ਕਰ ਲਾ। ਸ਼ਾਹੂਕਾਰ ਬਣ ਜਾਂਦੇ ਹਨਾ, ਕਦੀ ਕੁਛ ਬਣ ਜਾਂਦੇ, ਕਦੀ ਕੁਛ ਬਣ ਕੇ ਉਹਦੀ ਭੈਣ ਦਾ ਵਿਆਹ ਕਰ ਜਾਂਦੇ ਆ। ਉਹ ਜਦੋਂ ਹੁਣ ਧੰਨਾ ਸੱਚੀ ਸ਼ਾਹੂਕਾਰਾਂ ਕੋਲ ਜਾਂਦਾ, ਉਹ ਕਹਿੰਦੇ ਤੇਰਾ ਕੋਈ ਹਿਸਾਬ ਨਹੀਂ ਹੈਗਾ। ਉਹਦਾ ਦੋਸਤ ਦੇ ਗਿਆ ਸੀਗਾ ਪੈਸੇ ਕਿ ਜਿਹੜਾ ਤੇਰੇ ਨਾਲ ਖੇਤਾਂ 'ਚ ਕੰਮ ਕਰਦਾ ਸੀ। ਫਿਰ ਉਹਨੂੰ ਪਤਾ ਲੱਗ ਗਿਆ ਕਿ ਮੇਰੇ ਕਰਕੇ ਉਹਨੇ ਪੈਸੇ ਦਿੱਤੇ ਆ। ਧੰਨਾ ਉਹਨਾਂ ਨੂੰ ਪੈਸੇ ਵਾਪਸ ਕਰਨ ਜਾਂਦਾ। ਉਹ ਕਹਿੰਦੇ ਰਹਿੰਦਾ ਕਿੱਥੇ ਆ? ਕਹਿੰਦੇ ਦੁਆਰਕਾ ਚਲ ਜਾਂਦਾ ਤੁਰ ਕੇ। ਦੁਆਰਕਾਪੁਰੀ ਤੋਂ ਬਹੁਤ ਦੂਰ, ਕਈ 100 ਕਿਲੋਮੀਟਰ, ਕਈ ਮਹੀਨੇ ਲੱਗਦੇ ਦੁਆਰਕਾ ਜਾਂਦਾ। ਹੁਣ ਦੁਆਰਕਾ ਦਾ ਉਹਨੂੰ ਪਤਾ ਨਹੀਂ ਹੁੰਦਾ। ਦੁਆਰਕਾ ਜਾ ਕੇ ਰੌਲਾ ਪਾਈ ਜਾਂਦਾ, ਕੋ ਬਾਹਰ ਨਿਕਲ, ਬਾਹਰ ਨਿਕਲ। ਦੋਸਤ ਹੁੰਦਾ ਨਾ ਉਹਦਾ, ਪਰਮਾਤਮਾ ਦੇ ਦੋਸਤ ਹੁੰਦੇ ਆ। ਉਹ ਕਹਿੰਦਾ ਤੂੰ ਬਾਹਰ ਨਿਕਲ, ਤੂੰ ਪੈਸੇ ਲੈ। ਕਣਕ ਵੀ ਵਿਕ ਜਾਂਦੀ। ਹੁਣ ਉਹ ਪੈਸੇ ਲੈ ਕੇ ਭਗਵਾਨ ਦੇ ਪਿੱਛੇ ਪਿੱਛੇ ਦੌੜਿਆ ਆ। ਭਗਵਾਨ ਤਾਂ ਉਹਦਾ ਵਿਆਹ ਕਰਕੇ ਚਲ ਗਿਆ, ਉਹਦੀ ਭੈਣ ਦਾ। ਹੁਣ ਜਦੋਂ ਦੁਆਰਕਾ ਜਾਂਦਾ ਤੇ ਮਾਤਾ ਲਕਸ਼ਮੀ ਉਹਨੂੰ ਮਿਲਦੀ ਆ, ਇੱਕ ਬੁੱਢੀ ਦਾ ਰੂਪ ਧਾਰਨ ਕਰਕੇ। ਉਹ ਰਸਤਾ ਦੱਸਦੀ, ਕਹਿੰਦੀ ਇਸ ਮੰਦਿਰ 'ਚ ਬੈਠੇ ਹੋ, ਆਹ ਉਹਦਾ ਘਰ ਆ ਜਿੱਥੇ ਝੰਡਾ ਲੱਗਾ ਆ। ਭਗਵਾਨ ਹੈਗੇ ਆ ਪੱਥਰ ਦੀਆਂ ਮੂਰਤੀਆਂ ਵਿੱਚ, ਬੁਲਾਉਣੇ ਵਾਲਾ ਚਾਹੀਦਾ। ਹੁਣ ਮੂਰਤੀ ਜਿਹੜੀ ਅੰਦਰ ਮੰਦਿਰ ਵਿੱਚ ਦਿਸਦੀ ਪਈ ਆ, ਪਰ ਧੰਨਾ ਮੂਰਤੀ ਨੂੰ ਦੇਖਦਾ ਹੀ ਨਹੀਂ। ਉਹ ਉਹਨੂੰ ਪੁੱਛੀ ਜਾਂਦਾ, ਤੂੰ ਕਿੱਥੇ ਆ ਦੋਸਤਾ, ਤੂੰ ਕਿੱਥੇ ਆ ਮੇਰਾ ਦੋਸਤ ਆ, ਤੂੰ ਬਾਹਰ ਨਿਕਲ, ਬਾਹਰ ਨਿਕਲ। ਪਰ ਭਗਵਾਨ ਹੁਣ ਉਹ ਮੂਰਤੀ ਵਿੱਚੋਂ ਬੋਲੀ ਜਾਂਦੇ ਆ ਕਿ ਧੰਨਾ ਮੈਂ ਇੱਥੇ ਆ, ਇੱਥੇ ਆ। ਉਹ ਕਹਿੰਦੇ ਪਹਿਲਾਂ ਕੁੰਡਾ ਲਾ ਲਾ। ਕੁੰਡਾ ਲਾ ਆਂਦਾ। ਉਹ ਹੁਣ ਮੂਰਤੀ ਦੇਖਦਾ ਬੰਦੇ 'ਚ ਘੁੰਮੀ ਜਾਂਦਾ, ਗੇੜੇ ਕੱਢੀ ਜਾਂਦਾ। ਉਹ ਮੂਰਤੀ ਵਿੱਚੋਂ ਬੋਲਦੇ ਹੁੰਦੇ ਨਾ। ਉਹਨੇ ਹੁਣ ਸੱਚੀ ਦੇ ਦੇਖੇ ਹੁੰਦੇ ਅਸਲੀ ਰੂਪ 'ਚ। ਜਿਹੜੇ ਪੱਥਰਾਂ ਤੱਕ ਸੀਮਤ ਆ, ਪੱਥਰਾਂ ਤੱਕ ਹੀ ਸੀਮਤ ਆ।
कि धन्ने का भोलापन सी, सच्चा मन सी, इस करके परमात्मा नूं फिर उत्थों मूर्ति विचों बाहर आउणा पै गया। उत्थे भी द्वारका विच भी वो कहंदे तूं पैसे किद्दां दित्ते, तूं चोरी कीती सीगी। वो सच्चा हुंदा ना, सरल हुंदा, उहनूं पता ही नहीं हुंदा। वो कहंदा हुण तूं इत्थे पत्थर विच वड़ के बह गया, पहलां मैनूं इह दस वो शाहूकारां दे पैसे कौण दे के आया, तूं किहदे घर चोरी कीती आ, चक पैसे उहनां नूं पैसे दे। जान उधरों रौला पै जांदा, जिहड़ा पुजारी हुंदे आ वो कहंदे तड़के तड़के बंदे च कौन बड़े, अंदर कुंडा लाया, कोई चोर आ गया अंदर द्वारका च। उत्थे बहुत वड्डा पंगा पैंदा, सारे पंडित इकट्ठे हो के धन्ने नूं इदां फड़न लगदे आ। भगवान ने एक सेकंड च चक के खेतां 'च छड्डता द्वारका तो, इदां एक सेकंड च मारिया चक के खेतां विच। फिर उहनूं पता लगा कि मैं तां रब तो ही हल चलाउंदा रहा, कि कित्थे द्वारका, कित्थे आ मेरा पिंड, एक सेकंड च पहुंचाता मैनूं उत्थे। फिर उहनूं पता लग्या कि रब मेरे नाल सी, मैं रब तो ही हल चलाई गया। फिर पछताउंदा रोंदा हो, फिर परमात्मा नूं आकाशबाणी करदे हो, कहंदे धन्निया रो ना, कि तू मेरा सच्चा दोस्त आ, कि जिद्दां तू मेरे नाल प्यार कीता इदां कोई प्यार ही नहीं करदा। कि जिहड़े मंदिरां विच भी बैठे आ जां भगत भी हुंदे आ, कहंदे नहीं कोट कोट कोई बिरला ही भगत होवे, कहंदे करोड़ां ही भगत हुंदे आ, अपने आप नूं भगत कहलाउंदे आ, पर मेरे दर्शन नहीं कर सकदे। कहंदा मन नहीं सच्चा हुंदा। फिर वो दसदे आ, कहंदे जे पंडित सच्चा हुंदा, कहंदे उसले आला दुआला ना दिखदा, तैनूं मत्था टेकदा सच्चे दिलों नीमा हो के, तां कहंदे मैं उसले पंडित नूं भी दर्शन देने सी, क्यों वचन दे दित्ता सी। कहंदे मैं वो कहंदे तू सच्चा भगत आ, तू रो ना, मैं तेरे नाल ही अंग संगी हाँ, तेरे हमेशा ही तेरे नाल रहूँगा। फिर भगवान उन्होंने दर्शन दे के आकाशबाणी होंदी है, उपरों फिर बदलों चो आकाशबाणी करके अलोप हो जाते उत्थे। फिर समा पैंदा जिद्दां फिर धन्ने का टैसट होंदे आ, लोग कहंदे जी कोई पत्थर मिर्चां कुट्टण वाला आ वो सच्चा नहीं, धन्ने का पत्थर फिर बदल दिंदे हो, नॉर्मल जंगल का लिया के रख दिंदे। वो पंडित बहुत कुछ करदा, होर एक साधु हुंदा पखंडी, वो ओहदी बेइज्जती करने लई कई कुछ लीला रचाउंदे, कई पखंडी रल जाते हैं। पर धन्ने की एंड ते जिੱਤ ही हुंदी है। पर धन्ने नूं उन्होंने सारी जिंदगी रोली रखिया, पर रब दे भगतां नूं कष्ट बहुत आउंदे हुंदे आ। कदी भी डोलना नहीं, अपनी भगती सच्चे दिलों करियो, कदी भी मन च स्वार्थ ना रखियो, धन्ने वर्गे बनियो, जे जिद्दां दे अंदरों उद्दां दे बाहरों रहियो। मैं कहना गारंटी है बाबा जी तुहानूं दर्शन दिंदे रहणगे, अंत समय तुहाडा सारा दा बेड़ा पार होगा। बोल सच्चे दरबार की जय। जयकारा पाउणा हरि बाबा जी दा।